ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਕਿੱਸਾ ਕਾਵਿ ਦਾ ਸਰਵੇਖਣ ਕਰਨ ਜਾ ਰਹੇ ਹਾਂ। ਪਰ ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ, ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਦਾ ਬਟਨ ਵੀ ਦਬਾ ਲਵੋ, ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵੀ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਅਤੇ ਨਾਲ ਹੀ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਆਪਣੀ ਕਲਾਸ ਦੇ ਨਾਲ ਸੰਬੰਧਿਤ ਪਲੇਲਿਸਟ ਨੂੰ ਖੋਲ੍ਹ ਕੇ ਉਸ ਵਿੱਚ ਹੁਣ ਤੱਕ ਜਾਰੀ ਕੀਤੀਆਂ ਗਈਆਂ ਲੈਕਚਰ ਲੜੀਆਂ ਵੀ ਸੁਣ ਸਕਦੇ ਹੋ। ਅਤੇ ਸਾਹਿਤਕ ਸੱਥ ਚੈਨਲ ਨੂੰ ਆਪਣੇ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹਿਣਾ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਨੂੰ ਸਮੇਂ ਸਿਰ ਅਤੇ ਸੁਚਾਰੂ ਢੰਗ ਦੇ ਨਾਲ ਜਾਰੀ ਰੱਖ ਸਕਣ। ਸੋ ਕਿੱਸਾ ਕਾਵਿ ਜੋ ਹੈ, ਇਸ ਦਾ ਸਰਵੇਖਣ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਨਾਲ ਸੰਬੰਧਿਤ ਇਹ ਸਵਾਲ ਹੈ ਔਰ BA ਭਾਗ ਦੂਜਾ ਅਤੇ ਤੀਜਾ ਦੋਹਾਂ ਜਮਾਤਾਂ ਦੇ ਵਿਦਿਆਰਥੀਆਂ ਦੇ ਲਈ ਅੱਜ ਦਾ ਲੈਕਚਰ ਜੋ ਹੈ ਲਾਹੇਵੰਦ ਸਾਬਿਤ ਹੋਏਗਾ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਕਿੱਸਾ ਕਾਵਿ ਪੰਜਾਬੀ ਸਾਹਿਤ ਦੇ ਵਿੱਚ ਨਿਵੇਕਲਾ ਜਾਂ ਮਹੱਤਵਪੂਰਨ ਸਥਾਨ ਰੱਖਦਾ ਹੈ। ਕਿੱਸੇ ਜੋ ਹਨ ਇਹ ਕਵਿਤਾ ਦੇ ਵਿੱਚ ਲਿਖੀਆਂ ਗਈਆਂ ਅਜਿਹੀਆਂ ਕਹਾਣੀਆਂ ਹਨ ਜਿਨ੍ਹਾਂ ਨੂੰ ਪੰਜਾਬੀ ਲੋਕ ਮਨ ਨੇ ਸਵੀਕਾਰਿਆ ਅਤੇ ਸਲਾਹਿਆ ਹੈ, ਕਿਉਂਕਿ ਕਿੱਸਿਆਂ ਦੇ ਵਿੱਚੋਂ ਸਾਨੂੰ ਮੱਧਕਾਲੀ ਸੱਭਿਆਚਾਰ ਦੇ ਹੂਬਹੂ ਦੀਦਾਰ ਹੁੰਦੇ ਹਨ। ਕਿੱਸੇ ਜੋ ਹਨ ਇਹਨਾਂ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਵੀ ਅਮੀਰੀ ਬਖਸ਼ੀ ਹੈ, ਕਿਉਂਕਿ ਇਹਨਾਂ ਦੇ ਵਿੱਚੋਂ ਉਸ ਸਮੇਂ ਦੇ ਜਮਾਤੀ ਵਿਰੋਧ ਦੀਆਂ ਟੱਕਰਾਂ ਦੇ ਵੀ ਸਲਘਾਰੇ ਸਾਨੂੰ ਮਿਲਦੇ ਹਨ ਅਤੇ ਸਮਾਜਿਕ ਸਮੱਸਿਆਵਾਂ ਦਾ ਗਿਆਨ ਹੋਣ ਦੇ ਨਾਲ ਉਹਨਾਂ ਨੂੰ ਸੁਲਝਾਉਣ ਦੇ ਸੁਝਾਅ ਜਾਂ ਸੰਕੇਤ ਵੀ ਕਿੱਸਾ ਸਾਹਿਤ ਦੇ ਵਿੱਚ ਮੌਜੂਦ ਹਨ। ਹਾਲਾਂਕਿ ਪੰਜਾਬੀ ਸਾਹਿਤ ਦੇ ਵਿੱਚ ਸਭ ਤੋਂ ਪਹਿਲਾ ਕਿੱਸਾਕਾਰ ਜਿਸ ਦਾ ਜ਼ਿਕਰ ਮਿਲਦਾ ਹੈ ਸਿਰਫ ਉਹ ਹੈ ਪੁੱਸ਼ਿਆ ਨਾਮ ਦਾ ਕਿੱਸਾਕਾਰ, ਜਿਸ ਨੇ ਸੱਸੀ ਪੁੰਨੂ ਦਾ ਕਿੱਸਾ ਲਿਖਿਆ ਸੀ ਔਰ ਇਹ ਕਿੱਸਾਕਾਰ ਪੂਰਵ ਨਾਨਕ ਕਾਲ ਦੇ ਵਿੱਚ ਹੋਇਆ ਹੈ। ਪਰ ਇਸ ਦਾ ਕਿੱਸਾ ਸੱਸੀ ਪੁੰਨੂ ਲਿਖਤੀ ਰੂਪ ਦੇ ਵਿੱਚ ਮੌਜੂਦ ਨਹੀਂ ਹੈ, ਇਸ ਦਾ ਸਿਰਫ ਹਵਾਲਾ ਮਿਲਦਾ ਹੈ। ਇਸ ਲਈ ਸਭ ਤੋਂ ਪਹਿਲਾ ਜੋ ਪ੍ਰਮਾਣਿਕ ਕਿੱਸਾਕਾਰ ਹੈ ਉਹ ਦਮੋਦਰ ਨੂੰ ਹੀ ਮੰਨਿਆ ਜਾਂਦਾ ਹੈ, ਕਿਉਂਕਿ ਦਮੋਦਰ ਨੇ ਪੰਜਾਬੀ ਦੇ ਵਿੱਚ ਕਿੱਸਾ ਹੀਰ ਰਾਂਝਾ ਲਿਖ ਕੇ ਕਿੱਸਾ ਸਾਹਿਤ ਦਾ ਮੁੱਢ ਬੰਨਿਆ, ਕਿਉਂਕਿ ਇਹ ਲਿਖਤੀ ਰੂਪ ਦੇ ਵਿੱਚ ਇਸ ਦੀ ਰਚਨਾ ਮੌਜੂਦ ਹੈ। ਕਿਉਂਕਿ ਦਮੋਦਰ ਜੋ ਹੈ ਅਕਬਰ ਦਾ ਸਮਕਾਲੀ ਹੋਇਆ ਹੈ। ਹਾਲਾਂਕਿ ਇਹਦੇ ਬਾਰੇ ਸਾਨੂੰ ਇਹਦੇ ਜਨਮ ਜਾਂ ਜਨਮ ਸਥਾਨ ਬਾਰੇ ਕੋਈ ਪੁਖਤਾ ਜਾਣਕਾਰੀ ਤਾਂ ਨਹੀਂ ਮਿਲਦੀ, ਪਰ ਇਸ ਦੀ ਰਚਨਾ ਕਿੱਸਾ ਹੀਰ ਰਾਂਝਾ ਦੇ ਵਿੱਚ ਜੋ ਵੰਨ ਸੁਵੰਨੇ ਹਵਾਲੇ ਦਿੱਤੇ ਹਨ ਉਹਨਾਂ ਤੋਂ ਇਹ ਜਾਇਜ਼ਾ ਵਿਦਵਾਨ ਲਾਉਂਦੇ ਹਨ ਕਿ ਇਹ ਅਕਬਰ ਦਾ ਸਮਕਾਲੀ ਹੈ, ਕਿਉਂਕਿ ਜਗ੍ਹਾ ਜਗ੍ਹਾ ਇਸ ਦੀਆਂ ਰਚਨਾਵਾਂ ਦੇ ਵਿੱਚ ਇਸ ਨੇ ਇਹ ਜ਼ਿਕਰ ਕੀਤਾ ਹੈ ਕਿ ਪਾਤਸ਼ਾਹੀ ਜੋ ਅਕਬਰ ਸੰਧੀ ਦਿਨ ਦਿਨ ਚੜ੍ਹੀ ਸਵਾਈ। ਸੋ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਇਹ ਅਕਬਰ ਦਾ ਸਮਕਾਲੀ ਸੀ। ਔਰ ਦਮੋਦਰ ਜੋ ਹੈ ਜਾਤ ਦਾ ਗੁਲਾਟੀ ਸੀ, ਅਰੋੜਾ ਸੀ, ਔਰ ਇਸ ਨੇ ਲਹਿੰਦੀ ਭਾਵ ਮੁਲਤਾਨੀ ਭਾਸ਼ਾ ਦੇ ਵਿੱਚ ਇਹ ਕਿੱਸਾ ਲਿਖਿਆ ਹੈ ਔਰ ਦਵਈਆ ਛੰਦ ਦੀ ਵਰਤੋਂ ਕੀਤੀ ਹੈ। ਵਿਦਿਆਰਥੀ ਯਾਦ ਰੱਖਣ ਦੇ ਲਈ ਦੱਦੇ ਤੋਂ ਦਮੋਦਰ ਔਰ ਦੱਦੇ ਤੋਂ ਦਵਈਆ ਛੰਦ ਜੋ ਹੈ ਇਹ ਦੋਵੇਂ ਇੱਕ ਦੂਜੇ ਦੇ ਪੂਰਕ ਹਨ। ਔਰ ਦਮੋਦਰ ਦੇ ਕਿੱਸੇ ਦੀ ਸਭ ਤੋਂ ਵੱਡੀ ਪਛਾਣ ਜੋ ਹੈ ਇਸਨੇ ਇਹਦੇ ਵਿੱਚ ਅੱਖੀਂ ਡਿੱਠਾ ਕਿੱਸਾ ਕੀਤਾ ਸ਼ਬਦ ਜੋ ਹੈ ਬਾਰ-ਬਾਰ ਵਰਤਿਆ ਹੈ, ਜਿਸ ਸਦਕਾ ਵਿਦਵਾਨ ਜੋ ਹਨ ਇਸ ਦੀ ਆਲੋਚਨਾ ਵੀ ਕਰਦੇ ਹਨ, ਕਿਉਂਕਿ ਇੱਕ ਵਿਅਕਤੀ ਜੋ ਹੈ ਉਸ ਸਮੇਂ ਦੇ ਸਮਾਜ ਦੇ ਵਿੱਚ ਕਿ ਹੀਰ ਰਾਂਝੇ ਦਾ ਨਿਰੰਤਰ ਪਿੱਛਾ ਕਰ ਰਿਹਾ ਸੀ ਦਮੋਦਰ, ਕਿ ਲਗਾਤਾਰ ਉਹ ਅੱਖੀਂ ਡਿੱਠਾ ਕਿੱਸਾ ਸ਼ਬਦ ਜੋ ਹੈ ਕਿਵੇਂ ਵਰਤ ਸਕਦਾ ਹੈ। ਦੂਜੇ ਪਾਸੇ ਕੁਝ ਵਿਦਵਾਨ ਇਹ ਵੀ ਕਹਿੰਦੇ ਹਨ ਕਿ ਹੋ ਸਕਦਾ ਹੈ ਕਿ ਅੱਖੀ ਡਿੱਠਾ ਸ਼ਬਦ ਜੋ ਹੈ ਇਸ ਦਾ ਤਕੀਆ ਕਲਾਮ ਹੋਵੇ, ਅਤੇ ਕੁਝ ਵਿਦਵਾਨ ਇਹ ਵੀ ਕਹਿੰਦੇ ਹਨ ਕਿ ਹੋ ਸਕਦਾ ਹੈ ਕੁਝ ਘਟਨਾਵਾਂ ਦਮੋਦਰ ਨੇ ਆਪਣੇ ਅੱਖੀਂ ਵੇਖੀਆਂ ਹੋਣ ਅਤੇ ਬਾਕੀ ਜੋ ਹੈ ਉਸਨੇ ਆਪਣੀ ਕਲਪਨਾ ਦਾ ਰੰਗ ਦੇ ਕੇ ਕਿੱਸੇ ਨੂੰ ਜੋ ਹੈ ਇੱਕ ਤਰ੍ਹਾਂ ਦੇ ਨਾਲ ਯਥਾਰਥਕ ਰੰਗ ਦੇਣ ਦੇ ਲਈ ਅੱਖੀਂ ਡਿੱਠਾ ਸ਼ਬਦ ਦਾ ਵਾਰ-ਵਾਰ ਪ੍ਰਯੋਗ ਕੀਤਾ ਹੋਵੇ। ਔਰ ਕਿੱਸਾ ਹੀਰ ਰਾਂਝਾ ਜੋ ਹੈ ਸਭ ਤੋਂ ਪਹਿਲਾ ਕਿੱਸਾ ਦਮੋਦਰ ਦਾ ਲਿਖਿਆ ਹੋਇਆ, ਜਿਸ ਦਾ ਅੰਤ ਜੋ ਹੈ ਸੁਖਾਂਤਕ ਹੈ, ਭਾਵ ਅੰਤ ਦੇ ਵਿੱਚ ਹੀਰ ਅਤੇ ਰਾਂਝਾ ਦਾ ਮਿਲਾਪ ਹੋ ਜਾਂਦਾ ਹੈ। ਔਰ ਇਸ ਕਿੱਸੇ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹਦੇ ਵਿੱਚ ਬਿਆਨ ਦੀ ਰੰਗੀਨੀ ਹੈ ਪਰ ਸਰੋਦੀ ਅੰਸ਼ ਦੀ ਘਾਟ ਹੈ, ਕਿਉਂਕਿ ਕਿੱਸੇ ਜੋ ਹਨ ਇਹ ਬਹੁਤ ਸਾਰੇ ਗਵਈਏ ਜਾਂ ਮਰਾਸੀ ਜੋ ਉਸ ਸਮੇਂ ਦੇ ਸਨ ਉਹ ਗਾਉਂਦੇ ਸਨ, ਪਰ ਦਮੋਦਰ ਦੇ ਕਿੱਸੇ ਦੇ ਵਿੱਚ ਸਰੋਦੀ ਅੰਸ਼ ਭਾਵ ਸੰਗੀਤਾਤਮਕਤਾ ਦੀ ਘਾਟ ਹੈ। ਔਰ ਇਸ ਦੇ ਕਿੱਸੇ ਦੇ ਸਭ ਤੋਂ ਵੱਡੀ ਖੂਬੀ ਇਹ ਵੀ ਹੈ ਕਿ ਇਸ ਨੇ ਕਿੱਸੇ ਦੇ ਵਿੱਚ ਜੋ ਹੈ ਕੋਈ ਅਜਿਹੀ ਮਤਲਬ ਕਿੱਸੇ ਨੂੰ ਸੁੰਦਰਤਾ ਪ੍ਰਦਾਨ ਕਰਨ ਦੇ ਲਈ ਕੋਈ ਕਸਰ ਨਹੀਂ ਛੱਡੀ, ਜਿਵੇਂ ਜੇ ਧੀਦੋ ਚੜ੍ਹੇ ਘੋੜੇ ਬਾਹਰ ਪੰਖੀ ਨਾ ਠਹਿਰਾਇਨ, ਜਾਂ ਫਿਰ ਇਸ ਕਿੱਸੇ ਦੇ ਵਿੱਚ ਉਸਨੇ ਹਾਸ ਰਸ ਦੀ ਵੀ ਵਰਤੋਂ ਕੀਤੀ ਹੈ, ਕਿਉਂਕਿ ਜਦੋਂ ਹੀਰ ਤੋਂ ਬਾਅਦ ਹੀਰ ਦੀ ਮਾਂ ਜੋ ਹੈ ਰਾਂਝੇ ਨੂੰ ਦੇਖਦੀ ਹੈ ਤਾਂ ਉਸ ਦੀ ਮਨੋਸਥਿਤੀ ਦਾ ਬਿਆਨ ਕਰਦਿਆਂ ਹੋਇਆਂ
ਦਮੋਦਰ ਨੇ ਲਿਖਿਆ ਹੈ ਕਿ ਹੈ ਜੇ ਚੁੱਖ ਵਡੇਰਾ ਹੋਵੇ ਤਾਂ ਮੈਂ ਆਪ ਨਿਕਾਹ ਬਣਾਈ। ਇਸ ਤਰ੍ਹਾਂ ਦਮੋਦਰ ਨੇ ਆਪਣੇ ਕਿੱਸੇ ਦੇ ਵਿੱਚ ਜੋ ਹੈ ਵੰਨ ਸੁਵੰਨੇ ਅਲੰਕਾਰਾਂ ਅਤੇ ਜਿਵੇਂ ਉਪਮਾ ਅਲੰਕਾਰ ਹੈ, ਰੂਪਕ ਅਲੰਕਾਰ, ਅਤਕਥਨੀ ਅਲੰਕਾਰ ਜਾਂ ਅਨੁਪਰਾਸ ਅਲੰਕਾਰ ਦੀ ਵਰਤੋਂ ਕੀਤੀ ਹੈ ਔਰ ਬੀਰ ਰਸ ਅਤੇ ਕਰੁਣਾ ਰਸ ਇਸ ਕਿੱਸੇ ਦੇ ਵਿੱਚ ਪ੍ਰਧਾਨ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਪੀਲੂ। ਪੀਲੂ ਜੋ ਹੈ ਇਸ ਦਾ ਮਿਰਜ਼ਾ ਸਾਹਿਬਾਨ, ਮਿਰਜ਼ਾ ਅਤੇ ਪੀਲੂ ਇੱਕ ਦੂਜੇ ਦੇ ਜੋ ਹੈ ਪੂਰਕ ਹੋ ਚੁੱਕੇ ਹਨ। ਪੀਲੂ ਜਹਾਂਗੀਰ ਬਾਦਸ਼ਾਹ ਦਾ ਸਮਕਾਲੀ ਮੰਨਿਆ ਜਾਂਦਾ ਹੈ ਔਰ ਇਸ ਨੇ ਆਪਣੇ ਕਿੱਸੇ ਦੇ ਵਿੱਚ ਬੋਲੀ ਕੇਂਦਰੀ ਪੰਜਾਬੀ ਵਰਤੀ ਹੈ ਔਰ ਸਦ ਰੂਪ ਦੇ ਵਿੱਚ ਇਹ ਕਿੱਸਾ ਲਿਖਿਆ ਗਿਆ ਹੈ। ਅਲੰਕਾਰਾਂ ਦੀ ਵੰਨ ਸੁਵੰਨਤਾ ਇਸ ਦੇ ਕਿੱਸੇ ਦੇ ਵਿੱਚ ਮੌਜੂਦ ਹੈ, ਕਿਉਂਕਿ ਪੀਲੂ ਨੇ ਜਦੋਂ ਮਿਰਜ਼ੇ ਦੀ ਬਹਾਦਰੀ ਦਾ ਜ਼ਿਕਰ ਕੀਤਾ ਹੈ ਤਾਂ ਉੱਥੇ ਅਤਕਥਨੀ ਅਲੰਕਾਰ ਦੀ ਵਰਤੋਂ ਕੀਤੀ ਹੈ। ਜਿਵੇਂ ਮਿਰਜ਼ਾ ਸਾਹਿਬਾਂ ਨੂੰ ਆਪਣੀ ਬੱਕੀ ਦੀ ਤਾਰੀਫ ਕਰਦਿਆਂ ਹੋਇਆਂ ਲਿਖਦਾ ਹੈ, ਕਹਿੰਦਾ ਹੈ ਕਿ ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਮੈਥੋਂ ਡਰੇ ਖੁਦਾ, ਇੱਥੇ ਅਤਕਥਨੀ ਅਲੰਕਾਰ ਹੈ। ਜਾਂ ਫਿਰ ਬੀਰ ਰਸ ਦੀ ਵੀ ਇਹਦੇ ਵਿੱਚ ਸ਼ਮੂਲੀਅਤ ਹੈ, ਜਦੋਂ ਮਿਰਜ਼ਾ ਸਾਹਿਬਾਂ ਨੂੰ ਕਹਿ ਰਿਹਾ ਹੈ ਕਿ ਕੋਈ ਨਾ ਦੀਦਾ ਸੂਰਮਾ ਜਿਹੜਾ ਮੇਰੇ ਪੁਰ ਵਾਰ ਕਰੇ। ਅਤੇ ਸ਼ਿੰਗਾਰ ਰਸ ਦੀ ਵੀ ਪ੍ਰਧਾਨਤਾ ਹੈ, ਜਦੋਂ ਉਹ ਕਹਿੰਦਾ ਹੈ ਕਿ ਕੱਢ ਕਲੇਜਾ ਲੈ ਗਈ ਖਾਣ ਖੀਵੇ ਦੀ ਧੀ। ਸੋ ਪੀਲੂ ਜੋ ਹੈ ਇੱਕ ਬੇਹੱਦ ਮਕਬੂਲ ਸ਼ਾਇਰ ਸੀ ਆਪਣੇ ਵੇਲੇ ਦਾ ਔਰ ਉਹ ਵਿਦਵਾਨ ਕਵੀ ਵੀ ਸੀ ਔਰ ਉਸ ਤੋਂ ਬਾਅਦ ਆਉਣ ਵਾਲੇ ਕਵੀਆਂ ਜਿਵੇਂ ਹਾਫਿਜ਼ ਬਰਖੁਰਦਾਰ ਜਾਂ ਅਹਿਮਦ ਯਾਰ ਜੋ ਹਨ ਉਹਨਾਂ ਨੇ ਕਾਫੀ ਸਰਾਹਨਾ ਕੀਤੀ ਹੈ ਪੀਲੂ ਦੀ। ਅਹਿਮਦ ਯਾਰ ਪੀਲੂ ਦੇ ਬਾਰੇ ਲਿਖਦਾ ਹੈ ਕਿ ਯਾਰੋ ਪੀਲੂ ਨਾਲ ਬਰਾਬਰੀ ਸ਼ਾਇਰ ਭੁੱਲ ਕਰੇਣ, ਇਹਨੂੰ ਪੰਜਾਂ ਪੀਰਾਂ ਦੀ ਥਾਪਣਾ ਕੰਧੀ ਦਸਤ ਧਰੇਣ। ਦੂਜੇ ਪਾਸੇ ਅਹਿਮਦ ਯਾਰ ਪੀਲੂ ਦੀ ਉਸਤਤ ਕਰਦਾ ਹੋਇਆ ਲਿਖਦਾ ਹੈ ਕਿ ਪੀਲੂ ਨਾਲ ਨਾ ਰੀਸ ਕਿਸੇ ਦੀ, ਉਸ ਵਿੱਚ ਸੋਜ਼ ਅਲਹਿਦੀ, ਮਸਤ ਨਿਕਾਹ ਕੀਤੀ ਉਸ ਪਾਸੇ ਕਿਸੇ ਫਕੀਰ ਵਲੀ ਦੀ। ਸੋ ਪੀਲੂ ਦਾ ਜੋ ਮਿਰਜ਼ਾ ਸਾਹਿਬਾਂ ਦਾ ਕਿੱਸਾ ਹੈ ਇਹ ਪੰਜਾਬੀ ਸਾਹਿਤ ਦੇ ਵਿੱਚ ਬੇਹੱਦ ਮਕਬੂਲ ਕਿੱਸਾ ਹੋਇਆ ਹੈ। ਹਾਲਾਂਕਿ ਇਹ ਕਿੱਸਾ ਜੋ ਹੈ ਸਭ ਤੋਂ ਪਹਿਲਾਂ ਸਰ ਰਿਚਰਡ ਟੈਂਪਲ ਨੇ ਇੱਕ ਮਰਾਸੀ ਦੇ ਕੋਲੋਂ ਸੁਣ ਕੇ ਉਸ ਨੂੰ ਪੁਸਤਕ ਰੂਪ ਪ੍ਰਦਾਨ ਕੀਤਾ ਸੀ ਆਪਣੀ ਪੁਸਤਕ ਦ ਲੀਜੈਂਡ ਆਫ ਪੰਜਾਬ ਦੇ ਵਿੱਚ। ਔਰ ਪੀਲੂ ਦੇ ਮਿਰਜ਼ੇ ਦੀ ਸਭ ਤੋਂ ਵੱਡੀ ਜੋ ਖਾਸੀਅਤ ਹੈ ਕਿ ਇਸ ਨੇ ਕਿਸੇ ਨੂੰ ਜੋ ਹੈ ਲੋਕ ਮਨਾਂ ਦੇ ਵਿੱਚ ਭਾਵ ਇਸ ਕਿਸੇ ਨੂੰ ਲੋਕਾਂ ਨੇ ਆਪਣੇ ਲੋਕ ਮਨਾਂ ਦੇ ਵਿੱਚ ਵਸਾ ਲਿਆ ਹੈ। ਕੋਈ ਵੀ ਬੰਦ ਅਜਿਹਾ ਨਹੀਂ ਹੈ ਜਿਹੜਾ ਲੋਕ ਮਨਾਂ ਦੇ ਵਿੱਚ ਅੱਜ ਵੀ ਉਕਰਿਆ ਨਾ ਹੋਵੇ। ਖਾਸ ਕਰਕੇ ਜਦੋਂ ਸਾਹਿਬਾਂ ਦੀ ਸੁੰਦਰਤਾ ਦੇ ਬਾਰੇ ਪੀਲੂ ਜ਼ਿਕਰ ਕਰ ਰਿਹਾ ਹੈ ਤਾਂ ਉਹ ਲਿਖ ਰਿਹਾ ਹੈ ਕਿ ਸਾਹਿਬਾਂ ਗਈ ਤੇਲ ਨੂੰ ਗਈ ਪੰਸਾਰੀ ਦੀ ਹੱਟ, ਫੜ ਨਾ ਜਾਣੇ ਤੱਕੜੀ ਹਾੜ ਨਾ ਜਾਣੇ ਵੱਟ, ਤੇਲ ਭੁਲਾਵੇ ਭੁੱਲਾ ਬਾਣੀਆਂ ਦਿੱਤਾ ਸ਼ਹਿਦ ਉਲੱਟ, ਵਣਜ ਗਵਾਲੇ ਬਾਣੀਆਂ ਬਲਦ ਗਵਾਏ ਜੱਟ। ਸੋ ਇਹਨਾਂ ਸਤਰਾਂ ਤੋਂ ਸਪਸ਼ਟ ਹੁੰਦਾ ਹੈ ਕਿ ਪੀਲੂ ਦੇ ਮਿਰਜ਼ੇ ਦੀ ਜੋ ਸਾਹਿਬਾਂ ਨਾਇਕਾ ਹੈ ਉਹ ਖੂਬਸੂਰਤੀ ਦਾ ਮੁਜੱਸਮਾ ਸੀ। ਇਸ ਤਰ੍ਹਾਂ ਪੀਲੂ ਨੇ ਪੰਜਾਬੀ ਕਿੱਸਾਕਾਰੀ ਦੇ ਵਿੱਚ ਆਪਣਾ ਨਿਵੇਕਲਾ ਰੋਲ ਨਿਭਾਇਆ ਹੈ। ਔਰ ਇਸ ਤੋਂ ਬਾਅਦ ਆ ਜਾਂਦਾ ਹੈ ਹਾਫਿਜ਼ ਬਰਖੁਰਦਾਰ। ਹਾਫਿਜ਼ ਬਰਖੁਰਦਾਰ ਦਾ ਸਮਾਂ ਜੋ ਹੈ 1676 ਦਾ ਵਿਦਵਾਨਾਂ ਨੇ ਮੰਨਿਆ ਹੈ ਔਰ ਇਹ ਮੁਲਮਾਨੀ ਪਿੰਡ ਜੋ ਸਰਗੋਧਾ ਜ਼ਿਲ੍ਹੇ ਦੇ ਵਿੱਚ ਪਾਕਿਸਤਾਨ ਵਿਖੇ ਪੈਂਦਾ ਹੈ ਇਹਦਾ ਜਨਮ ਦੱਸਿਆ ਜਾਂਦਾ ਹੈ ਔਰ ਇਹ ਔਰੰਗਜ਼ੇਬ ਦਾ ਸਮਕਾਲੀ ਹੈ। ਇਸ ਨੂੰ ਹਾਫਿਜ਼ ਦੀ ਪਦਵੀ ਮਿਲੀ ਹੋਈ ਸੀ ਕਿਉਂਕਿ ਹਾਫਿਜ਼ ਤੋਂ ਭਾਵ ਹੈ ਜਿਸ ਨੂੰ ਕੁਰਾਨ ਸ਼ਰੀਫ ਮੂੰਹ ਜ਼ਬਾਨੀ ਯਾਦ ਹੋਵੇ ਔਰ ਕੁਰਾਨ ਸ਼ਰੀਫ ਮੂੰਹ ਜ਼ਬਾਨੀ ਯਾਦ ਹੈ ਭਾਵ ਉਹ ਸ਼ਰਅ ਦਾ ਪਾਬੰਦ ਹੈ, ਉਸਦਾ ਜੋ ਹੈ ਧਰਮ ਦੇ ਵਿੱਚ ਪੂਰਾ ਵਿਸ਼ਵਾਸ ਹੈ। ਇਸ ਦੀਆਂ ਰਚਨਾਵਾਂ ਲਿਖੀਆਂ ਹੋਈਆਂ ਮਿਲਦੀਆਂ ਹਨ ਮਿਰਜ਼ਾ ਸਾਹਿਬਾਂ, ਯੂਸਫ ਜ਼ੁਲੈਖਾਂ ਅਤੇ ਸੱਸੀ ਪੁੰਨੂ। ਕਿਉਂਕਿ ਹਾਫਿਜ਼ ਬਰਖੁਰਦਾਰ ਸਭ ਤੋਂ ਪਹਿਲਾਂ ਸੱਸੀ ਪੁੰਨੂ ਲਿਖਣ ਵਾਲਾ ਕਿੱਸਾਕਾਰ ਹੈ। ਪੰਜਾਬੀ ਦੇ ਵਿੱਚ ਪਹਿਲੀ ਵਾਰ ਜੇਕਰ ਸੱਸੀ ਪੁੰਨੂ ਦਾ ਕਿੱਸਾ ਕਿਸੇ ਨੇ ਲਿਖਿਆ ਤਾਂ ਉਹ ਹਾਫਿਜ਼ ਬਰਖੁਰਦਾਰ ਹੈ ਜਿਸ ਦੀ ਬੋਲੀ ਕੇਂਦਰੀ ਪੰਜਾਬੀ ਹੈ। ਔਰ ਇਸ ਕਿੱਸੇ ਦੇ ਵਿੱਚ ਭਾਵ ਸੱਸੀ ਪੁੰਨੂ ਕਿੱਸੇ ਦੇ ਵਿੱਚ ਹਾਫਿਜ਼ ਬਰਖੁਰਦਾਰ ਨੇ ਹੋਣੀ ਨੂੰ ਬੜਾ ਬਲਵਾਨ ਦੱਸਿਆ ਹੈ। ਭਾਵ ਜੋ ਵੀ ਸੱਸੀ ਪੁੰਨੂ ਦੇ ਨਾਲ ਵਾਪਰਿਆ ਉਹਨਾਂ ਦਾ ਮਿਲਣ ਜਾਂ ਵਿਛੋੜਾ ਜੋ ਸੀ ਉਹ ਉਸ ਰੱਬ ਦੀ ਰਜ਼ਾ ਦੇ ਅਨੁਸਾਰ ਹੀ ਉਹ ਮਿਥਦਾ ਹੈ। ਭਾਵ ਇਹ ਤਿੰਨ ਕਿੱਸਾਕਾਰ ਜੋ ਹਨ ਇਹ ਜੋ 1701 ਤੋਂ ਪਹਿਲਾਂ ਦੇ ਕਿੱਸੇ ਹਨ ਇਹ BA ਭਾਗ ਤੀਜਾ ਦੇ ਵਿਦਿਆਰਥੀ ਜੋ ਹਨ ਇਹਨਾਂ ਦੇ ਬਾਰੇ ਚਰਚਾ ਕਰਨਗੇ ਆਪਣੇ ਸਵਾਲ ਦੇ ਵਿੱਚ। ਇਸ ਤੋਂ ਬਾਅਦ ਆ ਜਾਂਦਾ ਹੈ 1701 ਤੋਂ 1850 ਤੱਕ ਦੇ ਕਿੱਸਾਕਾਰ। ਇੱਥੋਂ BA ਭਾਗ ਦੂਜਾ ਦੇ ਵਿਦਿਆਰਥੀ ਆਪਣੀ ਗੱਲ ਸ਼ੁਰੂ ਕਰਨਗੇ। 1701 ਤੋਂ 1850 ਦੇ ਵਿੱਚ ਸਭ ਤੋਂ ਪਹਿਲਾ ਕਿੱਸਾਕਾਰ ਹੈ ਅਹਿਮਦ ਯਾਰ
ਜਿਸ ਦਾ ਜਨਮ ਸਮਾਂ 1768 ਈਸਵੀ ਅਤੇ ਇਸ ਦਾ ਅਕਾਲ ਚਲਾਣਾ 1854 ਈਸਵੀ ਵਿਦਵਾਨਾਂ ਨੇ ਮਿਥਿਆ ਹੈ। ਔਰ ਇਹ ਪਿੰਡ ਇਸਲਾਮਗੜ੍ਹ ਗੁਜਰਾਤ ਦਾ ਰਹਿਣ ਵਾਲਾ ਸੀ। ਇਸ ਨੇ ਹੀਰ ਦਾ ਕਿੱਸਾ ਜੋ ਹੈ ਬੈਂਤ ਛੰਦ ਦੇ ਵਿੱਚ ਲਿਖਿਆ ਹੈ। ਸਭ ਤੋਂ ਪਹਿਲਾਂ ਹੀਰ ਦਮੋਦਰ ਨੇ ਲਿਖੀ ਸੀ, ਉਸ ਤੋਂ ਬਾਅਦ ਅਹਿਮਦ ਯਾਰ ਨੇ ਲਿਖੀ ਹੈ। ਔਰ ਪਹਿਲੀ ਵਾਰ ਜੋ ਹੈ ਇਸਨੇ ਦਵਈਆ ਛੰਦ ਦੀ ਵਰਤੋਂ ਕੀਤੀ ਹੈ। ਭਾਵ ਦਵਈਆ ਛੰਦ ਤਾਂ ਦਮੋਦਰ ਨੇ ਵਰਤਿਆ ਸੀ, ਭਾਵ ਪਹਿਲੀ ਵਾਰ ਇਸਨੇ ਆਪਣੇ ਕਿੱਸੇ ਦੇ ਵਿੱਚ ਬੈਂਤ ਛੰਦ ਦੀ ਵਰਤੋਂ ਕੀਤੀ ਹੈ। ਕਿਉਂਕਿ ਅਹਿਮਦ ਯਾਰ ਨੇ ਬੈਂਤ ਛੰਦ ਦੀ ਪਹਿਲੀ ਵਾਰ ਵਰਤੋਂ ਕੀਤੀ ਸੀ, ਪਰ ਬੈਂਤ ਛੰਦ ਨੂੰ ਨਿਖਾਰਿਆ ਵਾਰਿਸ ਸ਼ਾਹ ਨੇ ਸੀ। ਅਹਿਮਦ ਯਾਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਵਿਦਵਾਨ ਕਵੀ ਸੀ ਔਰ ਇਸ ਨੇ ਆਪਣੇ ਸਮੇਂ ਦੇ ਵਿੱਚ 50-60 ਦੇ ਲਗਭਗ ਕਿੱਸੇ ਲਿਖੇ। ਹਾਲਾਂਕਿ ਕੁਝ ਵਿਦਵਾਨ ਉਹਨਾਂ ਕਿੱਸਿਆਂ ਦੀ ਗਿਣਤੀ 90-20 ਦੱਸਦੇ ਹਨ। ਔਰ ਇਸ ਨੇ ਕਿੱਸਾ ਜੋ ਲਿਖਿਆ ਹੈ ਹੀਰ ਦਾ, ਉਸ ਦੀ ਬੋਲੀ ਕੇਂਦਰੀ ਪੰਜਾਬੀ ਹੈ, ਪਰ ਅਰਬੀ ਫਾਰਸੀ ਸ਼ਬਦਾਂ ਦੀ ਭਰਮਾਰ ਹੈ। ਔਰ ਇਸ ਦਾ ਨਜ਼ਰੀਆ ਜੋ ਸੀ ਆਲੋਚਨਾਤਮਕ ਸੀ, ਕਿਉਂਕਿ ਇਸ ਨੇ ਆਪਣੇ ਤੋਂ ਪਹਿਲਾਂ ਦੇ ਕਿੱਸਾਕਾਰਾਂ ਅਤੇ ਆਪਣੇ ਸਮਕਾਲੀ ਕਿੱਸਾਕਾਰਾਂ ਦੀਆਂ ਰਚਨਾਵਾਂ ਨੂੰ ਜੋ ਹੈ ਆਲੋਚਨਾਤਮਕ ਦ੍ਰਿਸ਼ਟੀ ਤੋਂ ਪਰਖਿਆ ਵੀ ਸੀ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਉਹ ਇੱਕ ਵਿਦਵਾਨ ਕਿੱਸਾਕਾਰ ਸੀ। ਜਿਵੇਂ ਹਵਾਲੇ ਵਜੋਂ ਅਸੀਂ ਦੇ ਸਕਦੇ ਹਾਂ ਕਿ ਸੁਥਰਾ ਸ਼ੇਰ ਨਾ ਹਾਫਿਜ਼ ਜਿਹਾ, ਉਹ ਹਾਫਿਜ਼ ਬਰਖੁਰਦਾਰ ਦੀ ਪ੍ਰਸ਼ੰਸਾ ਕਰ ਰਿਹਾ ਹੈ। ਪੀਲੂ ਨਾਲ ਨਾ ਰੀਸ ਕਿਸੇ ਦੀ, ਵਾਰਿਸ ਸ਼ਾਹ ਸੁਖਨ ਦਾ ਵਾਰਿਸ, ਇਹ ਉਸਦਾ ਸਮਕਾਲੀ ਹੈ। ਵਾਰਿਸ ਸ਼ਾਹ ਮੁਕਬਲ ਵੀ ਅਖਵਾਇਆ ਸ਼ਾਇਰ ਆਪਣੇ ਵਿੱਚ ਜਮਾਨੇ, ਤੇ ਹਾਸ਼ਮ ਸੱਸੀ ਸੋਹਣੀ ਆਖੀ ਸਦ ਰਹਿਮਤ ਉਸਤਾਦੋਂ। ਇਹਨਾਂ ਕਾਵ ਸਤਰਾਂ ਤੋਂ ਇਹ ਸਪਸ਼ਟ ਹੋ ਰਿਹਾ ਹੈ ਕਿ ਅਹਿਮਦ ਯਾਰ ਨੇ ਆਪਣੇ ਸਮੇਂ ਦੇ ਜੋ ਕਿੱਸਾਕਾਰ ਸਨ ਜਾਂ ਆਪਣੇ ਤੋਂ ਜੋ ਪਹਿਲਾਂ ਦੇ ਕਿੱਸਾਕਾਰ ਸਨ, ਉਹਨਾਂ ਦੀਆਂ ਰਚਨਾਵਾਂ ਦਾ ਨਿੱਠ ਕੇ ਅਧਿਐਨ ਵੀ ਕੀਤਾ ਅਤੇ ਉਹਨਾਂ ਦੇ ਬਾਰੇ ਆਪਣੀ ਰਾਏ ਵੀ ਪੇਸ਼ ਕੀਤੀ। ਅਹਿਮਦ ਯਾਰ ਦੀ ਜੋ ਹੈ ਸਭ ਤੋਂ ਵੱਡੀ ਖਾਸੀਅਤ ਇਹ ਵੀ ਹੈ ਕਿ ਉਸ ਦੁਆਰਾ ਲਿਖਿਆ ਗਿਆ ਕਿੱਸਾ ਯੂਸਫ ਜ਼ੁਲੈਖਾਂ ਜੋ ਹੈ ਉਹ ਪੰਜਾਬੀ ਸਾਹਿਤ ਦੇ ਵਿੱਚ ਕਾਫੀ ਨਿਵੇਕਲੀ ਸਥਾਨ ਰੱਖਦਾ ਹੈ। ਇਸ ਤੋਂ ਅਗਲਾ ਕਵੀ ਹੈ ਮੁਕਬਲ। ਮੁਕਬਲ ਬਾਰੇ ਕਿਹਾ ਜਾਂਦਾ ਹੈ ਕਿ ਮੁਕਬਲ ਵੀ ਹੋਇਆ ਮਕਬੂਲ ਆਪਣੇ ਵਿੱਚ ਜਮਾਨੇ। ਇਹ ਮੁਹੰਮਦ ਸ਼ਾਹ ਰੰਗੀਲੇ ਦਾ ਸਮਕਾਲੀ ਕਵੀ ਸੀ। ਇਸ ਦਾ ਪੂਰਾ ਨਾਂ ਆਸਿਫ ਸ਼ਾਹ ਜਹਾਨ ਸੀ। ਔਰ ਮੁਕਬਲ ਬਾਰੇ ਕਿਹਾ ਜਾਂਦਾ ਹੈ ਕਿ ਉਸ ਦੀਆਂ ਅੱਖਾਂ ਜੋਤਹੀਣ ਸਨ ਔਰ ਇਸ ਨੇ ਬੈਂਤ ਛੰਦ ਦੇ ਵਿੱਚ ਹੀਰ ਦੀ ਰਚਨਾ ਕੀਤੀ ਹੈ, ਜਿਸ ਦੇ ਵਿੱਚ ਕੇਂਦਰੀ ਬੋਲੀ ਦੀ ਵਰਤੋਂ ਕੀਤੀ ਹੈ ਔਰ ਕਿੱਸੇ ਦਾ ਅੰਤ ਸੁਖਾਂਤਕ ਕੀਤਾ ਹੈ। ਭਾਵ ਦਮੋਦਰ ਨੇ ਵੀ ਹੀਰ ਦੇ ਕਿੱਸੇ ਦਾ ਅੰਤ ਸੁਖਾਂਤਕ ਕੀਤਾ ਹੈ, ਅਹਿਮਦ ਯਾਰ ਨੇ ਵੀ ਅਤੇ ਮੁਕਬਲ ਨੇ ਵੀ। ਔਰ ਇਸ ਦੀ ਵਰਣਨ ਸ਼ਕਤੀ ਜਿਹੜੀ ਹੈ ਉਹ ਕਮਾਲ ਦੀ ਹੈ ਔਰ ਕਿੱਸੇ ਦੇ ਵਿੱਚ ਰੋਚਕਤਾ ਅਤੇ ਵਾਸਤਵਿਕਤਾ ਦਾ ਰੰਗ ਜੋ ਹੈ ਉਹ ਭਰਿਆ ਹੋਇਆ ਨਜ਼ਰ ਆਉਂਦਾ ਹੈ। ਅਗਲਾ ਸ਼ਾਇਰ ਹੈ ਵਾਰਿਸ ਸ਼ਾਹ। ਵਾਰਿਸ ਸ਼ਾਹ ਦਾ ਜਨਮ 1735 ਈਸਵੀ ਦੇ ਕਰੀਬ ਮੰਨਿਆ ਜਾਂਦਾ ਹੈ। ਇਸ ਦਾ ਜਨਮ ਜੋ ਹੈ ਜੰਡਿਆਲਾ ਸ਼ੇਰ ਖਾਂ ਵਿਖੇ ਹੋਇਆ ਔਰ ਇਸ ਦੇ ਪਿਤਾ ਦਾ ਨਾਮ ਗੁਲਸ਼ੇਰ ਸ਼ਾਹ ਸੀ। ਹਾਲਾਂਕਿ ਇਹ ਪ੍ਰਸ਼ਨ ਜੋ ਹੈ ਅਸੀਂ ਪਹਿਲਾਂ ਵੀ ਵੀਡੀਓ ਇਸ ਦੀ ਬਣਾ ਕੇ ਐਡ ਕਰ ਚੁੱਕੇ ਹਾਂ। ਵਾਰਿਸ ਸ਼ਾਹ ਨੂੰ ਕਿੱਸਾਕਾਰੀ ਦਾ ਸ਼ਿਖਰ ਮੰਨਿਆ ਜਾਂਦਾ ਹੈ। ਵਾਰਿਸ ਸ਼ਾਹ ਨੇ ਆਪਣੇ ਤੋਂ ਪਹਿਲਾਂ ਦੇ ਜੋ ਕਿੱਸਾਕਾਰ ਸਨ, ਭਾਵੇਂ ਉਹ ਦਮੋਦਰ ਸੀ, ਅਹਿਮਦ ਯਾਰ ਜਾਂ ਮੁਕਬਲ, ਉਹਨਾਂ ਦੇ ਕਿੱਸਿਆਂ ਨੂੰ ਪੜ੍ਹਿਆ ਅਤੇ ਪੜ੍ਹਨ ਤੋਂ ਬਾਅਦ ਜੋ ਹੈ ਆਪਣੇ ਮੌਲਿਕ ਢੰਗ ਦੇ ਨਾਲ ਹੀਰ ਦੇ ਕਿੱਸੇ ਨੂੰ ਨਵੇਂ ਸਿਰੇ ਤੋਂ ਲਿਖਿਆ। ਭਾਵ ਜੇਕਰ ਇਸ ਤੋਂ ਪਹਿਲਾਂ ਹੀਰ ਲਿਖੀ ਗਈ ਹੈ, ਇਸ ਤੋਂ ਪਹਿਲਾਂ ਬੈਂਤ ਛੰਦ ਦੀ ਵਰਤੋਂ ਕੀਤੀ ਗਈ ਹੈ, ਪਰ ਵਾਰਿਸ ਸ਼ਾਹ ਨੇ ਹੀਰ ਨੂੰ ਅਤੇ ਬੈਂਤ ਛੰਦ ਨੂੰ ਦੋਹਾਂ ਨੂੰ ਅਮਰ ਕਰ ਦਿੱਤਾ। ਪੰਜਾਬੀ ਸਾਹਿਤ ਦੇ ਇਤਿਹਾਸ ਦੇ ਵਿੱਚ ਜਿੱਥੇ ਵੀ ਵਾਰਿਸ ਦਾ ਨਾਮ ਆਉਂਦਾ ਹੈ ਉੱਥੇ ਹੀਰ ਦਾ ਆਉਂਦਾ ਹੈ ਅਤੇ ਬੈਂਤ ਛੰਦ। ਭਾਵ ਵਾਰਿਸ, ਹੀਰ ਅਤੇ ਬੈਂਤ ਇਹ ਤਿੰਨੋਂ ਇੱਕ ਦੂਜੇ ਦੇ ਪੂਰਕ ਬਣ ਚੁੱਕੇ ਹਨ। ਇਸ ਨੂੰ ਬੋਲੀ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਔਰ ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਵਾਰਿਸ ਸ਼ਾਹ ਦੀ ਕਿ ਇਸ ਨੇ ਆਪਣੇ ਕਿੱਸੇ ਦਾ ਅੰਤ ਦੁਖਾਂਤਕ ਕੀਤਾ ਹੈ ਔਰ ਪੰਜਾਬੀ ਕਿੱਸਾਕਾਰੀ ਦੇ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਿੱਸੇ ਦਾ ਅੰਤ ਦੁਖਾਂਤਕ ਹੋਇਆ ਹੈ। ਭਾਵ ਅੰਤ ਦੇ ਵਿੱਚ ਹੀਰ ਅਤੇ ਰਾਂਝਾ ਜੋ ਹੈ ਉਹ ਇਸ ਦੁਨੀਆ ਤੋਂ ਰੁਖਸਤ ਕਰ ਜਾਂਦੇ ਹਨ। ਔਰ ਵਾਰਿਸ ਸ਼ਾਹ ਦੀ ਰਚਨਾ ਦੇ ਵਿੱਚ ਸ਼ਿੰਗਾਰ ਰਸ ਦੀ ਪ੍ਰਧਾਨਤਾ ਹੈ। ਵਾਰਿਸ ਸ਼ਾਹ ਦਾ ਕਿੱਸਾ ਹੀਰ ਵਾਕਫੀਅਤ ਦਾ ਭੰਡਾਰ ਹੈ, ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲ ਦੀ ਤਸਵੀਰ ਹੈ। ਇਸ ਦੇ ਵਿੱਚ ਉਸ ਸਮੇਂ ਦੇ ਸਮਾਜ ਦੀ ਗਿਰਾਵਟ ਦੇ ਜੋ ਨਕਸ਼ ਸਨ ਉਹਨਾਂ ਦੀ ਵੀ ਪੇਸ਼ਕਾਰੀ ਹੋਈ ਹੈ। ਜਗੀਰਦਾਰੀ ਦੀ ਵੀ ਇਸ ਨੇ ਪੋਲ ਖੋਲ੍ਹੀ ਹੈ। ਜਗੀਰਦਾਰੀ ਸਮਾਜ ਦੀਆਂ ਜੋ
ਕੁਝ ਜੀਆਂ ਚਾਲਾਂ ਸਨ ਉਹਨਾਂ ਨੂੰ ਵੀ ਆਪਣੇ ਕਿੱਸੇ ਦੇ ਵਿੱਚ ਪੇਸ਼ ਕੀਤਾ ਹੈ, ਅਤੇ ਨਾਲ ਨਾਲ ਇਸਤਰੀ ਭਾਵ ਔਰਤ ਜਾਤ ਦੀ ਨਿੰਦਾ ਕੀਤੀ ਹੈ। ਇਹ ਜੋ ਮੱਧਕਾਲੀ ਸੱਭਿਆਚਾਰ ਸੀ, ਇਹ ਉਸ ਦਾ ਇੱਕ ਖਾਸਾ ਹੈ ਕਿ ਉਸ ਸਮੇਂ ਦੇ ਜੋ ਕਿੱਸਾਕਾਰ ਹੋਏ ਹਨ ਉਹਨਾਂ ਨੇ ਔਰਤ ਨੂੰ ਜੋ ਹੈ ਨਿੰਦਿਆ ਹੀ ਹੈ। ਬਹੁਤ ਔਰਤ ਨੂੰ ਜੋ ਸਲਾਉਣ ਦੀ ਗੱਲ ਆਉਂਦੀ ਹੈ ਉਹ ਗੁਰਬਾਣੀ ਤੋਂ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਹੈ। ਔਰਤ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ, ਪਰ ਕਿੱਸਾਕਾਰੀ ਦੇ ਵਿੱਚ ਹਰ ਥਾਂ 'ਤੇ ਔਰਤ ਨੂੰ ਉਸ ਸਮੇਂ ਦੀ ਪ੍ਰਥਾ ਦੇ ਮੁਤਾਬਕ ਜੋ ਹੈ ਭੰਡਿਆ ਹੀ ਗਿਆ ਹੈ, ਤਿਰਸਕਾਰਿਆ ਹੈ ਜਾਂ ਦੁਰਕਾਰਿਆ ਗਿਆ ਹੈ। ਔਰ ਵਾਰਿਸ ਸ਼ਾਹ ਦੇ ਕਿੱਸੇ ਦੀ ਇੱਕ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਦੇ ਵਿੱਚ ਪ੍ਰਕਿਰਤੀ ਜੋ ਹੈ ਆਪਣੇ ਜੌਬਨ ਦੇ ਵਿੱਚ ਭਰਪੂਰ ਰੂਪ ਦੇ ਵਿੱਚ ਪੇਸ਼ ਹੋਈ ਹੈ। ਜਿਵੇਂ ਸ਼ਾਇਰ ਨੇ ਹਵਾਲਾ ਵੀ ਦਿੱਤਾ ਹੈ ਕਿ ਚਿੜੀ ਚੂਕੀ ਨਾਲ ਜਾਂ ਤੁਰੇ ਪਾਂਦੀ ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੇ। ਔਰ ਔਰਤ ਦੀ ਨਿੰਦਾ ਕਰਦਿਆਂ ਹੋਇਆਂ ਉਸਨੇ ਲਿਖਿਆ ਹੈ ਕਿ ਵਾਰਿਸ ਰੰਨ ਫਕੀਰ ਤਲਵਾਰ ਘੋੜਾ ਚਾਰੇ ਫੋਕ ਇਹ ਕਿਸੇ ਦੇ ਯਾਰ ਨਾਹੀਂ। ਭਾਵ ਔਰਤ ਦੀ ਇਸਨੇ ਬੇਹੱਦ ਨਿਖੇਧੀ ਕੀਤੀ ਹੈ। ਔਰ ਉਸ ਸਮੇਂ ਦੇ ਕਿੱਸੇ ਦੇ ਵਿੱਚ ਭਾਵ ਵਾਰਿਸ ਸ਼ਾਹ ਨੇ ਜੋ ਸਮਕਾਲੀ ਸਮਾਜ ਦੇ ਵਿੱਚ ਜੋ ਵੱਧ ਰਹੀ ਲੋਕ ਸ਼ਕਤੀ ਜਾਂ ਲੋਕ ਰੋਹ ਸੀ ਉਸ ਦੀ ਵੀ ਪੇਸ਼ਕਾਰੀ ਕੀਤੀ ਹੈ। ਇਸ ਤੋਂ ਅਗਲਾ ਕਿੱਸਾਕਾਰ ਹੈ ਹਾਸ਼ਮ। ਕਿਉਂਕਿ ਜੇ ਵਾਰਿਸ ਨੂੰ ਕਿੱਸਾ ਸਾਹਿਤ ਦਾ ਸੂਰਜ ਹੋਣ ਦਾ ਮਾਣ ਹੈ ਤਾਂ ਹਾਸ਼ਮ ਨੂੰ ਪੰਜਾਬੀ ਕਿੱਸਾ ਜਗਤ ਦਾ ਚੰਨ ਕਹਿ ਕੇ ਸਤਿਕਾਰਿਆ ਜਾਂਦਾ ਹੈ। ਕਿਉਂਕਿ ਸਭ ਤੋਂ ਪ੍ਰਸਿੱਧੀ ਮਕਬੂਲੀਅਤ ਵਾਰਿਸ ਸ਼ਾਹ ਨੇ ਹਾਸਲ ਕੀਤੀ ਹੈ ਅਤੇ ਹਾਸ਼ਮ ਵੀ ਕਿਸੇ ਗੱਲੋਂ ਘੱਟ ਨਹੀਂ ਸੀ। ਇਹ ਸਿੱਖ ਰਾਜ ਦਾ ਪ੍ਰਸਿੱਧ ਕਿੱਸਾਕਾਰ ਹੋਇਆ ਹੈ ਔਰ ਜਾਤ ਦਾ ਕੁਰੈਸ਼ੀ ਸੀ। ਇਸ ਦਾ ਜਨਮ ਜਗਦੇਵ ਕਲਾਂ ਅੰਮ੍ਰਿਤਸਰ ਦੇ ਵਿੱਚ ਹੋਇਆ। ਹਾਜੀ ਮੁਹੰਮਦ ਇਸ ਦੇ ਪਿਤਾ ਜੀ ਸਨ। ਇਹਨਾਂ ਦਾ ਜਨਮ 1735 ਈਸਵੀ ਦੇ ਵਿੱਚ ਹੋਇਆ ਹੈ ਔਰ ਤਰਖਾਣਾ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ। ਇਹ ਸੂਫੀ ਰੰਗਤ ਵਾਲਾ ਕਿੱਸਾਕਾਰ ਸੀ। ਕਿਉਂਕਿ ਹਾਸ਼ਮ ਦੇ ਕੁਝ ਦੋੜੇ ਵੀ ਰਚੇ ਮਿਲਦੇ ਹਨ ਔਰ ਸੂਫੀ ਰੰਗ ਦੀਆਂ ਰਚਨਾਵਾਂ ਵੀ ਮਿਲਦੀਆਂ ਹਨ। ਸੋ ਇਸ ਦੇ ਕਿੱਸੇ ਦੇ ਵਿੱਚੋਂ ਵੀ ਸੂਫੀ ਰੰਗ ਝਲਕਦਾ ਹੈ। ਬੋਲੀ ਇਸਨੇ ਵੀ ਕੇਂਦਰੀ ਪੰਜਾਬੀ ਦੀ ਵਰਤੋਂ ਕੀਤੀ ਹੈ ਔਰ ਦਵਈਆ ਛੰਦ ਨੂੰ ਇਸਨੇ ਆਪਣੇ ਕਿੱਸੇ ਦੇ ਵਿੱਚ ਵਰਤਿਆ ਹੈ। ਅਲੰਕਾਰਾਂ ਦੇ ਵਿੱਚ ਲੋੜੇ ਦੀ ਖੂਬਸੂਰਤੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਦੇ ਕਿੱਸੇ ਦੇ ਵਿੱਚ ਜੋ ਸੰਜਮ ਹੈ, ਜਿਵੇਂ ਵਾਰਿਸ ਸ਼ਾਹ ਨੇ ਬਹੁਤ ਜ਼ਿਆਦਾ ਵਿਸਤਾਰ ਤੋਂ ਕੰਮ ਲਿਆ ਹੈ ਪਰ ਹਾਸ਼ਮ ਦੇ ਕਿੱਸੇ ਦੇ ਵਿੱਚ ਸੰਜਮ ਹੈ। ਸ਼ਿੰਗਾਰ ਰਸ ਅਤੇ ਵੀਰ ਰਸ ਔਰ ਕਰੁਣਾ ਰਸ ਜੋ ਹੈ ਇਹ ਸਿਰ ਚੜ੍ਹ ਕੇ ਬੋਲਿਆ ਹੈ ਅਸਲ ਦੇ ਵਿੱਚ। ਔਰ ਸੱਸੀ ਹਾਸ਼ਮ ਦੀ ਜੋ ਹੈ ਇਸ ਦੇ ਬਾਰੇ ਬਾਬਾ ਬੁੱਧ ਸਿੰਘ ਨੇ ਲਿਖਿਆ ਹੈ ਕਿ ਹਾਸ਼ਮ ਨੇ ਸੱਸੀ ਕਾਹਦੀ ਆਖੀ, ਘਰ ਘਰ ਬਿਰਹੋਂ ਦਾ ਮੁਆਤਾ ਲਾ ਦਿੱਤਾ। ਸੋ ਸੱਸੀ ਜਿਹੜੀ ਹੈ ਆਪਣੇ ਸਮੇਂ ਦੀ ਮਕਬੂਲ ਜਾਂ ਉਤਕ੍ਰਿਸ਼ਟ ਰਚਨਾ ਹੋ ਨਿਬੜੀ ਹੈ ਹਾਸ਼ਮ ਸ਼ਾਹ ਦੀ। ਹਾਸ਼ਮ ਦੇ ਕਿੱਸੇ ਦੇ ਵਿੱਚੋਂ ਅਸੀਂ ਕੁਝ ਮਿਸਾਲਾਂ ਵੀ ਲੈ ਸਕਦੇ ਹਾਂ। ਜਿਵੇਂ ਨਾਜ਼ੁਕ ਪੈਰ ਗੁਲਾਬ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇ, ਬਾਲੂ ਰੇਤ ਤਪੇ ਵਿੱਚ ਥਲਦੇ ਜਿਉਂ ਜੌਂ ਭੁੰਨਣ ਪਠਿਆਰੇ। ਇਸ ਤਰ੍ਹਾਂ ਜੋ ਹੈ ਉਹ ਉਸ ਦੇ ਵਿੱਚ ਜੋ ਅੰਤ ਵੇਲੇ ਜੋ ਓੜਕ ਦਾ ਦਰਦ ਹੈ ਉਸ ਦੀ ਵੀ ਪੇਸ਼ਕਾਰੀ ਹੋਈ ਹੈ ਕਿ ਓੜਕ ਵਕਤ ਕਹਿਰ ਦੀਆਂ ਕੂਕਾਂ ਸੁਣ ਪੱਥਰ ਢਲ ਜਾਵੇ, ਜਿਸ ਡਾਚੀ ਮੇਰਾ ਪੁੰਨੂ ਖੜਿਆ ਮਰ ਦੋਜ਼ਖ ਵੱਲ ਜਾਵੇ। ਇਹ ਹਾਸ਼ਮ ਦੀ ਖੂਬਸੂਰਤੀ ਹੈ ਕਿ ਉਸਨੇ ਆਪਣੇ ਕਿੱਸੇ ਦੇ ਵਿੱਚ ਜੋ ਹੈ ਪਾਠਕ ਨੂੰ ਜੋ ਹੈ ਲੜ ਲਾ ਕੇ ਉਂਗਲ ਫੜ ਕੇ ਮਰੁਸਲਾਂ ਦੇ ਵਿੱਚ ਜੋ ਹੈ ਸੱਸੀ ਦੇ ਨਾਲ ਨਾਲ ਸੱਸੀ ਦੀ ਜੋ ਬਹੁਤ ਹੀ ਤਰਸਯੋਗ ਹਾਲਤ ਹੈ, ਕਰੁਣਾਮਈ ਹਾਲਤ ਹੈ, ਉਸ ਦਾ ਦੀਦਾਰ ਕਰਵਾਉਂਦਾ ਹੈ। ਇਸ ਤੋਂ ਬਾਅਦ ਕਿੱਸਾਕਾਰ ਆ ਜਾਂਦਾ ਹੈ ਕਾਦਰ ਯਾਰ। ਕਾਦਰ ਯਾਰ ਵੀ ਸਿੱਖ ਰਾਜ ਦਾ ਪ੍ਰਸਿੱਧ ਕਿੱਸਾਕਾਰ ਹੋਇਆ ਹੈ ਔਰ ਇਸ ਦਾ ਜਨਮ ਪਿੰਡ ਮਾਸ਼ੀਕੇ ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਵਿੱਚ ਹੋਇਆ। ਹਾਲਾਂਕਿ ਇਹ ਇੱਕ ਅਨਪੜ੍ਹ ਕਵੀ ਸੀ ਪਰ ਇਸ ਦੇ ਕਿੱਸੇ ਦੇ ਵਿੱਚ ਰਵਾਨਗੀ ਬਹੁਤ ਹੈ ਔਰ ਪੂਰਨ ਭਗਤ ਦਾ ਕਿੱਸਾ ਲਿਖਣ ਕਰਕੇ ਇਸ ਦੀ ਪ੍ਰਸਿੱਧੀ ਹੋਈ ਹੈ। ਕਿਉਂਕਿ ਪੂਰਨ ਭਗਤ ਜੋ ਹੈ ਇਹ ਪੰਜਾਬੀ ਲੋਕ ਮਨਾਂ ਦੇ ਵਿੱਚ ਜੋ ਹੈ ਧੁਰ ਤੱਕ ਉਤਰ ਗਈ ਹੈ ਉਸ ਦੀ ਰਚਨਾ। ਕਿਉਂਕਿ ਲੋਕ ਮੁਹਾਵਰੇ ਦੇ ਵਿੱਚ, ਲੋਕ ਬੋਲੀ ਦੇ ਵਿੱਚ ਲਿਖੀ ਹੋਈ ਰਚਨਾ ਹੈ। ਸੋ ਇਸ ਦੀ ਬੋਲੀ ਸਰਲ ਅਤੇ ਸਾਦੀ ਪੰਜਾਬੀ ਹੈ। ਦਵਈਆ, ਬੈਂਤ ਅਤੇ ਦੋਹਰਾ ਅਤੇ ਸ਼ਿਹਰਫੀ ਛੰਦ ਇਸਨੇ ਆਪਣੀਆਂ ਵੱਖ-ਵੱਖ ਰਚਨਾਵਾਂ ਦੇ ਵਿੱਚ ਵਰਤੇ ਹਨ। ਕਾਦਰ ਯਾਰ ਦਾ ਜਨਮ ਜੋ ਹੈ 1800 ਅਤੇ ਮੌਤ ਜੋ ਹੈ 1892 ਈਸਵੀ ਦੀ ਦੱਸੀ ਜਾਂਦੀ ਹੈ। ਇਹ ਇਸ ਦਾ ਸਮਾਂ ਹੈ ਔਰ ਇਸ ਦੀਆਂ ਪ੍ਰਸਿੱਧ ਰਚਨਾਵਾਂ ਜਿਵੇਂ ਵਾਰ ਪੂਰਨ ਭਗਤ, ਵਾਰ ਰਾਜਾ ਰਸਾਲੂ, ਰਾਣੀ ਕੋਕਲਾਂ, ਕਿੱਸਾ ਸੋਹਣੀ ਮਹੀਵਾਲ ਅਤੇ ਵਾਰ ਹਰੀ ਸਿੰਘ ਨਲੂਆ ਲਿਖੀਆਂ ਹਨ ਇਸਨੇ ਇਹ ਰਚਨਾਵਾਂ।
ਔਰ ਸਭ ਤੋਂ ਵੱਡੀ ਜੋ ਪ੍ਰਸਿੱਧੀ ਹੈ ਪੂਰਨ ਭਗਤ ਅਤੇ ਰਾਜਾ ਰਸਾਲੂ ਕਰਕੇ ਹੋਈ ਹੈ ਕਾਦਰੀਆਰ ਦੀ। ਇਸ ਤੋਂ ਬਾਅਦ ਆ ਜਾਂਦੇ ਹਨ ਇਸ ਸਮੇਂ ਦੇ ਸਧਾਰਨ ਕਿੱਸਾਕਾਰ, ਜਿਨ੍ਹਾਂ ਦੇ ਵਿੱਚ ਮੁਨਸ਼ੀ ਸੁੰਦਰ ਦਾਸ ਆਰਾਮ ਦਾ ਨਾਮ ਜੋ ਹੈ ਇਹ ਵੀ ਖਾਸਾ ਮਹੱਤਵਪੂਰਨ ਹੈ ਔਰ ਇਹ 1758 ਦੇ ਵਿੱਚ ਹੋਇਆ ਕਿੱਸਾਕਾਰ ਹੈ। ਇਸ ਦੇ ਕਿੱਸੇ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਨੇ ਸੱਸੀ ਪੁੰਨੂ ਦਾ ਜੋ ਕਿੱਸਾ ਲਿਖਿਆ ਹੈ ਉਸ ਦੀ ਵੰਨਗੀ ਦਾ ਅਸੀਂ ਹਵਾਲਾ ਲੈ ਸਕਦੇ ਹਾਂ ਕਿ ਸੱਸੀ ਦੇ ਅਹਿਵਾਲ ਨੂੰ ਕਹਿੰਦੇ ਨੇ ਸਭ ਗੁਣੀ, ਤੇਰਾ ਹੀ ਮੈਂ ਲਿਖਸਾਂ ਜਿਹੀ ਗੱਲ ਸੁਣੀ। ਭਾਵ ਇਹ ਜੋ ਹੈ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਹ ਆਪਣੇ ਕਿੱਸੇ ਦੇ ਵਿੱਚ ਯਥਾਰਥ ਚਿੱਤਰਨ ਹੀ ਕਰੇਗਾ, ਵਾਸਤਵਿਕ ਰੰਗ ਦੇ ਵਿੱਚ ਕਿੱਸਾ ਜੋ ਹੈ ਲਿਖਣ ਦੀ ਕੋਸ਼ਿਸ਼ ਕਰੇਗਾ। ਇਸ ਤੋਂ ਬਾਅਦ ਬਹਿਬਲ 1778 ਦਾ ਇਸ ਦਾ ਜਨਮ ਦੱਸਿਆ ਜਾਂਦਾ ਹੈ ਔਰ ਬਹਿਬਲ ਨੇ ਵੀ ਸੱਸੀ ਪੁੰਨੂ ਦਾ ਕਿੱਸਾ ਲਿਖਿਆ ਜੋ ਕਿ ਬੈਂਤਾਂ ਦੇ ਵਿੱਚ ਲਿਖਿਆ। ਇਸ ਦਾ ਹੀਰ ਰਾਂਝੇ ਦਾ ਕਿੱਸਾ ਵੀ ਦੱਸਿਆ ਜਾਂਦਾ ਹੈ। ਆੜਤ ਨੇ ਵੀ ਸੱਸੀ ਪੁੰਨੂ ਦਾ ਕਿੱਸਾ ਲਿਖਿਆ ਔਰ ਸਦੀਕ ਲਾਲੀ ਜਿਸ ਦਾ ਜਨਮ ਸਮਾਂ 1722 ਈਸਵੀ ਹੈ ਔਰ ਇਹ ਸ਼ਾਹ ਮੁਹੰਮਦ ਸ਼ਾਹ ਦੇ ਰਾਜ ਦੇ ਵਿੱਚ ਹੋਇਆ ਹੈ ਔਰ ਇਸਲਾਮ ਧਰਮ ਦਾ ਇਹ ਪ੍ਰਚਾਰਕ ਸੀ। ਇਸਨੇ ਯੂਸਫ ਜ਼ੁਲੈਖਾਂ ਦਾ ਕਿੱਸਾ ਲਿਖਿਆ। ਇਸ ਤੋਂ ਬਾਅਦ ਆ ਜਾਂਦਾ ਹੈ ਕਵੀ ਅਹਿਮਦ ਗੁੱਜਰ। ਅਹਿਮਦ ਗੁੱਜਰ ਜੋ ਹੈ ਇਹ ਔਰੰਗਜ਼ੇਬ ਦਾ ਸਮਕਾਲੀ ਹੈ ਔਰ ਇਸਨੇ ਵੀ ਹੀਰ ਰਾਂਝੇ ਦਾ ਕਿੱਸਾ ਲਿਖਿਆ ਜੋ ਕਿ ਬੈਂਤ ਛੰਦ ਦੇ ਵਿੱਚ ਲਿਖਿਆ ਸੀ। ਹਾਮਦ 1775 ਈਸਵੀ ਦੇ ਵਿੱਚ ਹੋਇਆ ਕਵੀ ਹੈ। ਚਿਰਾਗ ਐਵਾਨ ਜੋ ਹੈ ਇਹ ਬਹਾਦਰ ਸ਼ਾਹ ਦੇ ਸਮੇਂ ਹੋਇਆ ਦੱਸਿਆ ਜਾਂਦਾ ਹੈ ਔਰ ਇਸਨੇ ਵੀ ਹੀਰ ਰਾਂਝੇ ਦਾ ਕਿੱਸਾ ਲਿਖਿਆ। ਇਮਾਮ ਬਖਸ਼ ਜ਼ਿਲ੍ਹਾ ਸਿਆਲਕੋਟ ਦੇ ਪੱਸੀਆਂ ਪਿੰਡ ਦਾ ਵਸਨੀਕ ਦੱਸਿਆ ਜਾਂਦਾ ਹੈ ਔਰ ਇਹ ਚੰਗਾ ਵਿਦਵਾਨ ਕਵੀ ਸੀ, ਲੋਕਾਂ ਨੂੰ ਕੁਰਾਨ ਪੜ੍ਹਾਉਂਦਾ ਸੀ ਔਰ ਸ਼ਾਹ ਬਹਿਰਾਮ, ਚੰਦਰ ਬਦਨ ਅਤੇ ਲੈਲਾ ਮਜਨੂ 3 ਕਿੱਸੇ ਇਸ ਦੇ ਪ੍ਰਸਿੱਧ ਹਨ। ਮੌਲਵੀ ਨੂਰ ਮੁਹੰਮਦ 1799 ਈਸਵੀ ਦੇ ਵਿੱਚ ਹੋਏ ਕਿੱਸਾਕਾਰ ਹਨ। ਇਹਨਾਂ ਨੇ ਵੀ ਚੰਦਰ ਬਦਨ ਮਿਆਰ ਨਾਮ ਦਾ ਕਿੱਸਾ ਲਿਖਿਆ। ਸੋ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਇਹ ਪੰਜਾਬੀ ਕਿੱਸਾ ਕਾਵਿ ਦਾ ਸਰਵੇਖਣ ਦੇ ਨਾਲ ਸੰਬੰਧਿਤ ਜੋ ਸਵਾਲ ਹੈ ਇਹ BA ਭਾਗ ਦੂਜਾ ਦੇ ਵਿਦਿਆਰਥੀਆਂ ਦੀ ਜਮਾਤ ਦੇ ਵਿੱਚ ਵੀ ਹੈ ਔਰ BA ਭਾਗ ਤੀਜਾ ਦੇ ਵਿੱਚ ਵੀ ਹੈ। ਵਿਦਿਆਰਥੀ ਜੋ ਹਨ ਇਹਨਾਂ ਨੂੰ BA ਸੈਕਿੰਡ ਈਅਰ ਦੇ ਵਿਦਿਆਰਥੀ 1701 ਤੋਂ ਲੈ ਕੇ 1850 ਈਸਵੀ ਤੱਕ ਦੇ ਕਿੱਸਾਕਾਰ ਜਿਹੜੇ ਨੇ ਅੰਤ ਤੱਕ ਸਾਰੇ ਕਰਨਗੇ ਔਰ ਸਮੁੱਚੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਕਿੱਸਾ ਕਾਵਿ ਦਾ ਪੰਜਾਬੀ ਸਾਹਿਤ ਦੇ ਵਿੱਚ ਨਿਵੇਕਲਾ ਸਥਾਨ ਹੈ ਔਰ ਇਸ ਦੀ ਸਮਾਜਿਕ ਅਤੇ ਇਤਿਹਾਸਕ ਦੋਹਾਂ ਪੱਖਾਂ ਤੋਂ ਬਹੁਤ ਵੱਡੀ ਮਹਾਨਤਾ ਹੈ। ਉਮੀਦ ਹੈ ਕਿ ਕਿੱਸਾ ਕਾਲ ਬਾਰੇ ਜਾਂ ਕਿੱਸਾ ਕਾਵਿ ਦੇ ਸਰਵੇਖਣ ਬਾਰੇ ਕੀਤੀ ਗਈ ਇਹ ਚਰਚਾ ਵਿਦਿਆਰਥੀਆਂ ਦੇ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗੀ। ਸੋ ਇਸ ਚੈਨਲ ਨੂੰ ਸੁਣਦੇ ਰਹਿਣਾ ਅਤੇ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹਿਣਾ। ਮਿਲਾਂਗੇ ਅਗਲੇ ਵੀਡੀਓ ਦੇ ਵਿੱਚ, ਤਦ ਤੱਕ ਲਈ ਇਜਾਜ਼ਤ। ਧੰਨਵਾਦ।